Hello everyone, welcome back to my YouTube channel. I hope ਤੁਸੀਂ ਸਾਰੇ ਬੜੇ ਕੈਂਟ ਹੋਗੇ and in today's video we are going to talk about a reading passage. ਮੈਂ reading ਦਾ task ਕਰਵਾ ਰਹੀ ਹਾਂ ਬੇਸਿਕਲੀ ਅਗਰ ਮੈਂ ਦੱਸ ਦਵਾਂ ਆਪਣੇ ਕੋਰਸ ਬਾਰੇ ਸੋ ਵੀ ਆਰ ਡੂਇੰਗ ਅ ਆਇਲਸ ਕੋਰਸ ਜਿਹਦੇ ਵਿੱਚ ਮੈਂ ਤੁਹਾਨੂੰ ਸਾਰੇ ਉਹਦੀ ਬੇਸਿਕ ਤੋਂ ਲੈ ਕੇ ਉਹਦੇ ਹਾਈ ਲੈਵਲ ਤੱਕ ਕੀ ਇੰਪੋਰਟੈਂਟ ਪੁਆਇੰਟਸ ਹੁੰਦੇ ਆ ਇੱਕ ਆਇਲਸ ਨੂੰ ਹਾਈ ਬੈਂਡ 'ਚ ਸਕੋਰ ਕਰਨਾ and 6+ ਛੱਡੋ 7+ band score ਆਪਾਂ ਕਰਾਂਗੇ if you gonna follow my rules my the points which I gonna tell you. So let's begin without wasting much of a time. Let's begin with the reading passage. So reading 'ਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬੱਚਿਆਂ ਨੂੰ so we'll start with the reading part, right? and ਅੱਜ ਮੈਂ Instagram ਔਰ ਦੇ ਵਿੱਚ YouTube ਦੇ ਵਿੱਚ ਵੀ ਸ਼ਾਰਟਸ 'ਚ vocabulary ਪਾਈ ਆ ਜੋ ਬਹੁਤ ਇੰਪੋਰਟੈਂਟ ਆ ਰਾਈਟਿੰਗ ਪਾਰਟ ਦੇ ਵਿੱਚ ਤੁਸੀਂ ਉਹ ਜ਼ਰੂਰ ਜਾ ਕੇ ਦੇਖਿਓ ਵੀਡੀਓ ਐਂਡ ਤੁਸੀਂ ਉਹ ਸਾਰੀ ਜੋ ਵੋਕੈਬਲਰੀ ਆ ਜੋ ਮੀਨਿੰਗ ਹੈ ਵਰਡਸ ਹੈ ਉਹਨਾਂ ਨੂੰ ਨੋਟ ਕਰ ਲਓ ਕਿਸੇ ਬੁੱਕ 'ਤੇ ਰੈਗੂਲਰ ਇੱਦਾਂ ਦੀ ਉਹ ਰੀਲ ਆਇਆ ਕਰੇਗੀ ਜਿਹਦੇ ਵਿੱਚ ਸ਼ਾਰਟਸ ਆਇਆ ਕਰਨਗੇ ਜਿਹਦੇ ਵਿੱਚ ਮੈਂ ਤੁਹਾਨੂੰ ਇਹ ਸਾਰੇ ਵੋਕੈਬਲਰੀ 17 ਵੋਕੈਬਲਰੀ ਵਰਡਸ ਅੱਜ ਮੈਂ ਕਰਵਾਏ ਆ 17 ਹੀ ਕੱਲ੍ਹ ਇੱਦਾਂ ਆਇਆ ਕਰਨਗੇ ਰਾਈਟ ਸੋ ਬਿਗਿਨ ਵਿਦ ਦ ਰੀਡਿੰਗ ਪੈਸੇਜ ਦਿਸ ਇਜ਼ ਮਿਊਜ਼ਿਕ ਐਂਡ ਇਮੋਸ਼ਨਸ. सो फर्स्टली इन्होंने की लिखा है यू शुड स्पेंड अबाउट 20 minutes ऑन दिस क्वेश्चन जो मैं पैसेज लिया है दैट इज़ फ्रॉम द कैम्ब्रिज जो एक बुक हैगी आ कैम्ब्रिज यूनिवर्सिटी की बुक है वो मैं एक पिक किया है सो बहुत वधिया बुक हैगी सो ये मैं एक पिक किया म्यूजिक एंड इमोशनस. नाउ जो म्यूजिक है तो इमोशनस आ इन्होंने दोवां दा आपस में बहुत ज़्यादा कोरिलेशन आप पढ़ांगे. फर्स्टली की लिखा है पहला ਆਪਾਂ फर्स्ट पैरा ਨੂੰ ਪੜਾਂਗੇ ਐਂਡ ਉਹਦਾ ਕਨਕਲੂਜਨ ਨਿਕਾਲਾਂਗੇ. ਨਾਓ ਤੁਸੀਂ ਨਾਲ ਆਪਣੀ ਪੈਨਸਿਲ ਲੈ ਲੈਣੀ ਹੈ ਐਂਡ ਮੋਬਾਈਲ 'ਤੇ ਇੱਦਾਂ ਜਿੱਦਾਂ ਮੈਂ ਬੋਲੂੰਗੀ ਉੱਦਾਂ ਮਾਰਕ ਕਰਨਾ ਹੈ ਠੀਕ ਹੈ. ਨਿਊਰੋ ਸਾਇੰਟਿਸਟ ਜੋਹਨ ਲੈਰਰ ਕੰਸੀਡਰਸ ਦ ਇਮੋਸ਼ਨਲ ਪਾਵਰ ਆਫ ਮਿਊਜ਼ਿਕ ਰਾਈਟ. ਨਿਊਰੋ ਸਾਇੰਟਿਸਟ ਜਿਹੜਾ ਹੈਗਾ ਨਿਊਰੋ ਮੀਨਸ ਜੋ ਸਾਡੇ ਦਿਮਾਗ ਦੇ ਨਿਊਰੋਲੋਜੀਕਲ ਪਾਰਟ ਹੈ ਉਹਦਾ ਜੋ ਸਾਇੰਟਿਸਟ ਹੈਗਾ ਜੋਨ ਲੈਰਰ ਉਹਨੇ ਕੰਸੀਡਰ ਕੀਤਾ ਇਮੋਸ਼ਨਲ ਪਾਵਰ ਆਫ ਮਿਊਜ਼ਿਕ. ਨਾਓ ਬਿਗਿਨਿੰਗ ਵਿਦ ਦ ਫਰਸਟ ਪੈਰਾ ਵਾਈ ਡਜ਼ ਮਿਊਜ਼ਿਕ ਮੇਕ ਅਸ ਫੀਲ ਕਹਿੰਦੇ ਕਿਉਂ ਮਿਊਜ਼ਿਕ ਜਿਹੜਾ ਹੈ ਸਾਨੂੰ ਫੀਲ ਕਰਵਾਉਂਦਾ ਹੈ. ਔਨ ਦ ਵਨ ਹੈਂਡ ਮਿਊਜ਼ਿਕ ਇਜ਼ ਪਿਓਰਲੀ ਐਬਸਟਰੈਕਟ ਆਰਟ ਫੋਰਮ. ਕਹਿੰਦੇ ਇੱਕ ਪਾਸੇ ਜਿਹੜਾ ਮਿਊਜ਼ਿਕ ਆ ਉਹ ਪਿਓਰਲੀ ਕੀ ਹੈ ਇੱਕ ਐਬਸਟਰੈਕਟ ਆਰਟ ਫੋਰਮ ਹੈਗੀ ਆ ਆਰਟ ਦੀ ਇੱਕ ਫੋਰਮ ਆ ਆਰਟ ਨੂੰ ਪ੍ਰੈਜ਼ੈਂਟ ਕਰਨ ਦੀ ਇੱਕ ਫੋਰਮ ਆ devoid of language or explicit ideas right and yet even though music says little it still manages to touch us deeply. ਮਿਊਜ਼ਿਕ ਬਹੁਤ ਥੋੜ੍ਹਾ ਕਹਿੰਦਾ ਹੈ ਬਟ ਸਟਿਲ ਇਹ ਸਾਨੂੰ ਮੈਨੇਜ ਮਤਲਬ ਅਗਰ ਅਸੀਂ ਪੂਰੇ ਧਿਆਨ ਨਾਲ ਪੂਰੀ ਕੰਸਨਟ੍ਰੇਸ਼ਨ ਨਾਲ ਇਹਨੂੰ ਸੁਣੀਏ ਤਾਂ ਇਟ ਟੱਚ ਅਸ ਡੀਪਲੀ ਇਟ ਟੱਚਸ ਐਟ ਦ ਵੈਰੀ ਡੀਪ ਪਾਰਟ ਆਫ ਅ ਹਾਰਟ. ਵਾਈ when listening to a favorite song a body betrays all the symptoms of emotional arousal. ਕਹਿੰਦੇ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਸੁਣਦੇ ਹਾਂ ਜਦੋਂ ਅਸੀਂ ਆਪਣੇ ਫੇਵਰੇਟ ਮਿਊਜ਼ਿਕ ਨੂੰ ਸੁਣਦੇ ਹਾਂ ਤਾਂ ਸਾਡੀ ਜਿਹੜਾ ਬੋਡੀ ਆ ਸਾਡੀ ਜਿਹੜਾ ਸਰੀਰ ਆ ਉਹ ਹੀ ਬਿਟਰੇ ਕਰਦਾ ਮੀਨਸ ਬਾਹਰ ਨਿਕਾਲਦਾ ਸਾਡੇ ਇਮੋਸ਼ਨਲ ਅਰੋਜ਼ਲ ਜਿਹੜੇ ਪਿਊਪਲ ਸਾਡੇ ਆਈਜ਼ ਦੇ ਵਿੱਚ ਜਿਹੜੀ ਸਾਡੇ ਜਿਹਨੂੰ ਅਸੀਂ ਡੇਲੇ ਕਹਿੰਦੇ ਹਾਂ ਉਹ ਡਾਇਲੇਟ ਕਰਦੇ ਆ ਸਾਡੀ ਜੋ ਪਲਸ ਹੈ ਸਾਡਾ ਬਲੱਡ ਪ੍ਰੈਸ਼ਰ ਰਾਈਜ਼ ਕਰਦਾ ਸਾਡਾ ਇਲੈਕਟ੍ਰੀਕਲ ਕੰਡਕਟੈਂਸ ਜਿਹਨੂੰ ਅਸੀਂ ਕਹਿੰਦੇ ਹਾਂ ਲੂਜ਼ ਪੰਪਸ ਖੜੇ ਹੋਣ ਲੱਗ ਪੈਂਦੇ ਜਦੋਂ ਅਸੀਂ ਬਹੁਤ ਜ਼ਿਆਦਾ ਕਿਸੇ ਮਿਊਜ਼ਿਕ ਨੂੰ ਡੀਪਲੀ ਸੁਣਦੇ ਹਾਂ ਐਂਡ ਉਹਦੇ ਲਿਰਿਕਸ ਨੂੰ ਸੁਣਦੇ ਹਾਂ ਸੋ ਅਸੀਂ ਬਹੁਤ ਜ਼ਿਆਦਾ ਇਮੋਸ਼ਨਲੀ ਅਟੈਚ ਹੋ ਜਾਂਦੇ ਹਾਂ ਅਸੀਂ ਉਹਨੂੰ ਆਪਣੀ ਲਾਈਫ ਨਾਲ ਕੋਰਿਲੇਟ ਕਰਦੇ ਹਾਂ ਰਾਈਟ. ਸੋ ਮੈਨੂੰ ਲੱਗਦਾ ਆਪਾਂ ਸਾਰੇ ਇੱਦਾਂ ਕਰਦੇ ਹਾਂ ਐਂਡ ਦ ਸੈਰੀਬਲਮ ਜਿਹੜਾ ਸੈਰੀਬਲਮ ਜੋ ਬ੍ਰੇਨ ਦਾ ਇੱਕ ਪਾਰਟ ਹੈ ਜਿਹੜਾ ਸਾਡੇ ਬੋਡੀਲੀ ਮੂਵਮੈਂਟ ਨਾਲ ਅਟੈਚ ਹੁੰਦਾ ਹੈ ਐਸੋਸੀਏਟ ਹੁੰਦਾ ਹੈ ਉਹ ਬਹੁਤ ਜ਼ਿਆਦਾ ਐਕਟਿਵ ਹੋ ਜਾਂਦਾ ਹੈ. blood is even redirected to the muscles in our lungs. in other words sound stir us at a biological roots. ਕਹਿੰਦੇ ਜੋ ਸਾਊਂਡ ਆ ਉਹ ਸਟਿਰ ਕਰ ਜਾਂਦੀ ਆ ਸਾਡੇ ਬਾਇਓਲੋਜੀਕਲ ਰੂਟਸ ਨੂੰ. ਮਤਲਬ ਫਸਟ ਪੈਰੇ ਦਾ ਕਨਕਲੂਜਨ ਅਗਰ ਅਸੀਂ ਨਿਕਾਲੀਏ ਤਾਂ ਕੀ ਹੋਏਗਾ ਕਿ ਜੋ ਮਿਊਜ਼ਿਕ ਹੈ ਉਹ ਇੱਕ ਪਾਸੇ ਤਾਂ ਕੀ ਉਹ ਦੈਟ ਇਜ਼ ਜਸਟ ਅ ਪਿਓਰ ਫਾਰਮ ਆਫ ਆਰਟ ਬਟ ਅਗਰ ਅਸੀਂ ਉਹਨੂੰ ਧਿਆਨ ਨਾਲ ਸੁਣੀਏ ਅਸੀਂ ਆਪਣੇ ਫੇਵਰੇਟ ਮਿਊਜ਼ਿਕ ਨੂੰ ਸੁਣੀਏ ਜਾਂ ਉਹਨੂੰ ਅਸੀਂ ਉਹ ਬਿਲਕੁਲ ਸਾਨੂੰ ਮੈਨੇਜ ਕਰ ਲੈਂਦਾ ਸਾਡੀ ਡੀਪਲੀ ਸਾਨੂੰ ਟੱਚ ਕਰਨ ਲਈ ਮਜਬੂਰ ਕਰ ਦਿੰਦਾ ਐਂਡ ਉਹ ਸਾਡੀ ਪੂਰੀ ਬੋਡੀ ਨੂੰ ਓਵਰ ਕੰਟਰੋਲ ਕਰ ਦਿੰਦਾ ਰਾਈਟ. ਸੋ ਦ ਸੈਕਿੰਡ ਪੈਰੇ 'ਚ ਆਪਾਂ ਚੱਲਦੇ ਹਾਂ. ਸੈਕਿੰਡ ਪੈਰਾ ਇਜ਼ ਦ ਰੀਸੈਂਟ ਪੇਪਰ ਇਹ ਵਾਲਾ ਪੈਰਾ ਪੜ੍ਹਨਾ ਦ ਰੀਸੈਂਟ ਪੇਪਰ ਇਨ ਨੇਚਰ ਨਿਊਰੋਸਾਇੰਸ ਰੀਸੈਂਟ ਪੇਪਰ ਜੋ ਹੈ ਨੇਚਰ ਨਿਊਰੋਸਾਇੰਸ ਬਾਈ ਦ ਰਿਸਰਚ ਟੀਮ ਇਨ ਮੋਨਟਰੀਅਲ ਕੈਨੇਡਾ ਦੇ ਵਿੱਚ ਜੋ ਟੀਮ ਹੈ ਉਹਨੇ ਰਿਸਰਚ ਕੀਤੀ ਆ ਮਾਰਕਸ ਐਂਡ ਇੰਪੋਰਟੈਂਟ ਨਾ ਇਹਨੂੰ ਮਾਰਕ ਕਰ ਲਓ ਮਾਰਕਸ ਐਂਡ ਇੰਪੋਰਟੈਂਟ ਸਟੈਪ ਇਨ ਰਿਵੀਲਿੰਗ ਦ ਪ੍ਰੋਸੈਸ in revealing the precise underpinnings of the potent pleasurable stimuli that is music. Stimulus ਸਾਡੀ body ਦੇ ਵਿੱਚ ਜਿਹੜਾ ਹੁੰਦਾ ਹੈ the potent
प्लेजरेबल, टेंट मतलब प्लेजरेबल मतलब ਜਿਹੜਾ ਸਾਨੂੰ ਖੁਸ਼ੀ ਪ੍ਰਦਾਨ ਕਰਦਾ, एक्साइटमेंट ਦਿੰਦਾ। स्टिमुलस मतलब स्टिमुलाई ਜਿਹੜਾ ਕਰਦਾ ਉਸ ਚੀਜ਼ ਨੂੰ, स्टिमुलाई मीनस उस चीज़ ਨੂੰ एग्रैसिव करता है, दैट इज़ ਉਹਨੂੰ ਅਸੀਂ ਕੀ ਕਹਿੰਦੇ ਉਹ ਕੀ ਹੈ म्यूजिक। ऑल्दो द स्टडी इन्वॉल्व्स plenty of fancy technology including functional magnetic resonance imaging and ligand based positron emission tomography. The experiment itself was rather straightforward. After screening 217 individuals who respond to the advertisement requesting people who experience chills to instrumental music, the scientists narrowed down the subject pool to 10. They then asked the subjects to bring in their playlist of the favorite songs. Virtually every genre was represented from techno to tango and played them the music while their brain activity was monitored. मतलब ਉਹਨਾਂ ਦੀ ਜੋ ਫੇਵਰੇਟ ਪਲੇਲਿਸਟ ਹੈ, ਇੱਕ ਤਰ੍ਹਾਂ ਦਾ ਉਹਨਾਂ ਨੇ ਕੀ ਕੀਤਾ ਕਿ ਐਕਸਪੈਰੀਮੈਂਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਫੇਵਰੇਟ ਪਲੇਲਿਸਟ ਜਿਹੜੀ ਹੈ ਉਹਨੂੰ ਚਲਾਇਆ ਐਂਡ ਉਹਨਾਂ ਦੀ ਬ੍ਰੇਨ ਐਕਟੀਵਿਟੀ ਨੂੰ ਮੋਨੀਟਰ ਕੀਤਾ। ਬਿਕਾਜ਼ ਦ ਸਾਇੰਟਿਸਟ ਵਰ ਕੰਬਾਈਨਿੰਗ ਮੈਥੋਲੋਜੀ ਮੈਥੋਡੋਲੋजीज़ है, दैट इज़ FMRI ਜਿਹੜੀ ਹੈ फंक्शनल मैगनेटिक रेजोनेंस इमेजिंग, ਇਹ ਸਭ ਕੁਛ ਹੋਣਗੀਆਂ ਉਧਰ ਦੀਆਂ ਟੈਕਨੋਲੋਜੀਜ਼। ਇਹਨਾਂ ਨੂੰ ਉਹਨਾਂ ਨੇ ਕੰਬਾਈਨ ਕੀਤਾ। ਦੇ ਵਰ ਏਬਲ ਟੂ ਓਬਟੇਨ ਐਨ ਇੰਪ੍ਰੈਸਿਵਲੀ ਐਗਜ਼ੈਕਟ, ਉਹਨਾਂ ਨੇ ਮਤਲਬ ਉਹ ਕੀ ਓਬਟੇਨ ਕਰਨ ਦੇ ਵਿੱਚ ਹੋਏ ਐਗਜ਼ੈਕਟ ਐਂਡ ਡਿਟੇਲ ਪੋਰਟਰੇਟ ਆਫ ਮਿਊਜ਼ਿਕ ਇਨ ਦ ਬ੍ਰੇਨ। ਮਤਲਬ ਜੋ ਸੁਣ ਰਹੇ ਸੀ ਉਹ ਐਗਜ਼ੈਕਟ ਉਸ ਤਰ੍ਹਾਂ ਦਾ ਡਿਟੇਲ ਪੋਰਟਰੇਟ ਉਹਨਾਂ ਦੇ ਦਿਮਾਗ ਦੇ ਵਿੱਚ ਬਣਿਆ। ਦ ਫਰਸਟ ਥਿੰਗ ਦੇ ਡਿਸਕਵਰ ਇਜ਼ ਦੈਟ ਮਿਊਜ਼ਿਕ ਟ੍ਰਿਗਰ ਦ ਪ੍ਰੋਡਕਸ਼ਨ ਆਫ ਡੋਪਾਮਾइन, राइट। ਡੋਪਾਮਾइन ਕੀ ਹੈ ਕਿ ਜਦੋਂ ਪਰਸਨ ਬਹੁਤ ਜ਼ਿਆਦਾ ਐਕਸਾਈਟਮੈਂਟ 'ਚ ਹੁੰਦਾ ਹੈ ਤਾਂ ਇੱਕ ਰਿਲੀਜ਼ ਹੁੰਦਾ ਸਾਡੀ ਬੋਡੀ ਦੇ ਵਿੱਚ ਇੱਕ ਸਟਿਮੂਲਸ ਦੈਟ ਇਜ਼ ਨੋਨ ਐਜ਼ ਡੋਪਾਮਾइन। ਅ ਕੈਮੀਕਲ ਇੱਕ ਰਿਲੀਜ਼ ਹੁੰਦਾ ਹੈ ਵਿਦ ਅ ਕੀ ਰੋਲ ਇਨ ਸੈਟਿੰਗ ਪੀਪਲਸ ਮੂਡ ਬਾਈ ਦ ਨਿਊਰੋਨਸ ਇਨ ਬੋਥ ਡੋਰਸਲ ਐਂਡ ਵੈਂਟਰਲ ਰੀਜਨਸ ਆਫ ਦ ਬ੍ਰੇਨ। ਐਜ਼ ਦੀ ਟੂ ਰੀਜਨਸ ਹੈਵ ਬੀਨ ਲਿੰਕਡ ਵਿਦ ਐਕਸਪੀਰੀਅੰਸ ਆਫ ਪਲੇਜ਼ਰ ਦ ਫਾਈਂਡ ਇਜ਼ਨਟ ਪਰਟੀਕੂਲਰਲੀ ਸਰਪ੍ਰਾਈਜ਼ਿੰਗ। ਤਾਂ ਉਹਨਾਂ ਨੇ ਕੀ ਦੇਖਿਆ ਕਿ ਜਦੋਂ ਉਹਨਾਂ ਦੇ ਫੇਵਰੇਟ ਮਿਊਜ਼ਿਕ ਨੂੰ ਚਲਾਇਆ ਗਿਆ ਤਾਂ ਫਸਟ ਥਿੰਗ ਜਿਹੜੀ ਉਹਨਾਂ ਨੇ ਡਿਸਕਵਰ ਕੀਤੀ ਕਿ ਜਿਹੜਾ ਆਪਣੇ ਕੋਲ ਪ੍ਰੋਡਕਸ਼ਨ ਹੋਈ ਡੋਪਾਮਾइन ਤੁਸੀਂ ਰਿਮੈਂਬਰ ਕਰ ਲਓ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਅਗਰ ਤੁਸੀਂ ਕੈਮਿਸਟਰੀ ਪੜ੍ਹੀ ਹੋਊਗੀ ਤਾਂ +1 +2 ਦੀ ਕੈਮਿਸਟਰੀ ਦੇ ਵਿੱਚ ਇਹ ਬਹੁਤ ਜ਼ਿਆਦਾ ਵਰਡ ਯੂਜ਼ ਹੁੰਦਾ ਹੈ ਡੋਪਾਮਾइन। ਮਤਲਬ ਕੈਮਿਸਟਰੀ ਦੇ ਵਿੱਚ ਆਰਗੈਨਿਕ ਅਗਰ ਤੁਹਾਡਾ ਟੀਚਰ ਅੱਛਾ ਹੈ ਤਾਂ ਬਹੁਤ ਇਹ ਵਰਡ ਤੁਹਾਨੂੰ ਸਮਝਾਉਣਗੇ। ਡੋਪਾਮਾइन ਇੱਕ ਤਰ੍ਹਾਂ ਦਾ ਆਰਗੈਨਿਕ ਇੱਕ ਕੈਮੀਕਲ ਹੁੰਦਾ ਹੈ ਜਿਹੜਾ ਰਿਲੀਜ਼ ਹੁੰਦਾ ਹੈ ਜਦੋਂ ਬੋਡੀ ਜਿਹੜੀ ਆ ਉਹ ਐਕਸਾਈਟਮੈਂਟ ਹੁੰਦੀ ਹੈ ਤਾਂ ਉਹ ਇੱਕ ਚੀਜ਼ ਰਿਲੀਜ਼ ਹੁੰਦੀ ਹੈ ਸਾਡੀ ਬੋਡੀ ਦੇ ਵਿੱਚ, ਠੀਕ ਹੈ। सो ये हो गया साढ़े को सेकेंड पैरा। नाउ गोइंग टू द थर्ड पैरा, दैट इज़ व्हाट इज़ रेदर मोर सिग्निफिकेंट इज़ द फाइंड दैट डोपामाइन न्यूरॉन्स इन द क्यूडेट origin of a brain involved in learning stimulus response association and in anticipating food and other reward stimuli were at their most active around 15 seconds before the participants' favorite moments in the music। मतलब वो बाकी जड़े आ वो भी बहुत ज़्यादा एक्टिव हो गए। The researchers call this the anticipatory phase। Researcher ने इन्हों की क्या anticipatory phase and argue that the purpose of this activity is to help us predict the arrival of a favorite part। ਕਹਿੰਦੇ ਅਗਰ ਇਹ ਚੀਜ਼ਾਂ ਕਦੋਂ ਹੁੰਦੀਆਂ ਜਦੋਂ ਸਾਡਾ ਫੇਵਰੇਟ ਮੂਮੈਂਟ ਆ ਜਾਂਦਾ ਮਿਊਜ਼ਿਕ ਦਾ, ਕੋਈ ਪਿਆਰਾ ਸਾਨੂੰ ਫੇਵਰੇਟ ਲੱਗੇ ਉਸ ਟਾਈਮ 'ਤੇ। ਦ ਕੁਐਸਚਨ ਆਫ ਕੋਰਸ ਕਿ ਕਹਿੰਦਾ ਕਿਹੜਾ ਕੁਐਸਚਨ ਇੱਥੇ ਉੱਠਦਾ ਆਫ ਕੋਰਸ ਇਜ਼ ਵਾਟ ਆਲ ਥੀਸ ਡੋਪਾਮਾइन न्यूरॉन्स आर अप टू। Why are they so active in the period preceding the climax? After all, we typically associate surges of dopamine with pleasure, right? मैं तनु हुने दस्या with the processing of actual rewards, and yet the cluster of cell is most active when the chills have yet to arrive। chills मतलब सानू कंपनी आती है ना एकदम जो तुसी कोई बहुत ज़्यादा अच्छा सॉन्ग सुन लेंगे हैं, जब बहुत ज़्यादा ਇਹੋ ਜਿਹੇ सॉन्ग ਜਿਹੜਾ ਸਾਡੇ ਨਾਲ इमोशनली अटैच ਹੁੰਦੇ ਆ when the melodic pattern is still unresolved, right? So ਆਪਾਂ ਚੱਲਦੇ ਹਾਂ ਹੁਣ ਨੈਕਸਟ ਪੈਰਾ ਤੇ। One way to answer the question is to look at the music and not the neurons। While ਕਹਿੰਦੇ ਕਿ ਇੱਕ ਚੀਜ਼ ਹੈ ਸਾਰੀਆਂ ਕੁਐਸਚਨਸ ਉਹਨਾਂ ਨੇ ਆਨਸਰ ਕੀਤੇ ਕਿ ਡੋਪਾਮਾइन ਐਕਚੁਅਲੀ ਰਿਲੀਜ਼ ਕਿਉਂ ਹੁੰਦਾ ਹੈ, ਰਾਈਟ। ਸੋ ਵਨ ਕਹਿੰਦੇ ਇੱਕ ਜਿਹੜਾ ਵੇ ਹੈ ਆਨਸਰ ਕਰਨ ਦਾ ਇਜ਼ ਟੂ ਲੁੱਕ ਐਟ ਦ ਮਿਊਜ਼ਿਕ ਵੱਲ ਦੇਖੋ ਨਾ ਕਿ ਨਿਊਰੋਨਸ ਵੱਲ। While music can often seem like a labyrinth of interactive patterns, एक pattern ਦੀ form ਦੇ ਵਿੱਚ ਹੁੰਦਾ ਹੈ। It turns out that the most important part of every song is when the patterns break down।
जो एकदम चलता चलता पैटर्न जो ब्रेक होंदा है उदों मोस्ट इंपॉर्टेंट पार्ट आता है सॉन्ग का इन्हां दे हिसाब नाल व्हेन द साउंड बिकम्स अनप्रिडिक्टेबल if the music is too obvious it is annoyingly boring like an alarm clock ਜਦੋਂ music मतलब ਇੱਕ ਤਰ੍ਹਾਂ ਦਾ ਹੀ ਚੱਲੀ ਜਾਂਦਾ ਬਿਕਾਜ਼ ਜਦੋਂ ਵੀ ਪੈਟਰਨ ਸਾਡਾ ਸਿਮਿਲਰ ਚੱਲੇਗਾ we feel bored right ਸੋ ਅਸੀਂ ਜਦੋਂ ਆਪਣਾ ਹਿਸਾਬ ਲਾ ਲਈਏ ਵੈਸੇ ਵੀ ਦਿਨ ਦੇ ਵਿੱਚ ਅਗਰ ਸੇਮ ਅਸੀਂ ਉਹੀ ਕੰਮ ਕਰੀ ਜਾਈਏ ਹਫਤੇ 'ਚ ਰਿਪੀਟ ਕਰੀਏ ਤਾਂ ਉਹ ਬੋਰਿੰਗ ਹੋ ਜਾਂਦੀ ਹੈ ਕੁਝ ਚੇਂਜਸ ਲਿਆਉਣ ਲਈ ਠੀਕ ਹੈ ਉਸ ਚੇਂਜਸ ਕਰਨ ਨਾਲ ਸਾਡੀ ਜਿਹੜੀ ਲਾਈਫ ਹੈ ਉਹ ਅੱਛੀ ਹੋ ਸਕਦੀ ਹੈ ਨਿਊਮਰਸ ਸਟੱਡੀਜ਼ ਆਫਟਰ ਆਲ ਹੈਵ ਡੈਮੋਨਸਟ੍ਰੇਟਡ that dopamine neurons quickly adopt to the predictable reward. If we know that what's going to happen next, then we don't get excited. This is why composers often introduce a keynote in the beginning of a song, spend most of the rest of the piece in the studious avoidance of the pattern, and then finally repeat it only at the end. The longer we deny the pattern we expect, the greater the emotional release when the pattern returns safe and sound. अच्छा वो कहते कि बहुत इंपॉर्टेंट कहते जो डोपामाइन है वो सिर्फ उदों रिलीज़ होंदा है डोपामाइन उदों रिलीज़ नहीं होएगा जो असी प्रिडिक्टेबल रिवॉर्ड वाल जाने हैं मतलब अगर सानू पता है कि हुण नैक्सट असी की करना है जो साडे नाल की होने वाला है तो असी एक्साइट नहीं होवांगे राइट बिकॉज वी आर फैमिलियर विद इट बट अगर सानू पता ही नहीं नैक्सट वट इज़ गोइंग टू हैपन उसी तरह कहते जोड़े म्यूजिक कंपोजर्स ने म्यूजिक कंपोजर ने वो की करते हैं पहला जो बिगनिंग ऑफ अ सॉन्ग दे उन्होंने नोट लगाया होंदा है उन्होंने सिमिलरली देखो कई बार इदां दी सॉन्ग आउंदी है जिन्हां दी सेम म्यूजिक होंदी है एंड सेम तरह का इको एक वर्ड रिपीट करी जाते हैं दैट सीम टू बी बोरिंग राइट वो गाना सानू पसंद नहीं आता बट कई बार होंगे गाने बहुत ज़्यादा इदां दे होंगे जिहड़े स्टार्टिंग ट्यून होर फिर हर पैरे ट्यून अलग होंदी है एंड हर पैरे वो लाइन रिपीट नहीं होंदी एंड ते जाके लाइन रिपीट होंदी है कहते इहो जे जो सॉन्ग्स ने इमोशन जो इहो जे पैटर्नस आउंदे सामने वक्खो वक्खरे इस करके जो डोपामाइन है होर रिलीज़ होंदा है एंड मोर सैटिस्फैक्शन मिलती है राइट सो द लॉन्गर वी आर डिनाइड द पैटर्न वी एक्सपैक्ट मतलब जो पैटर्न असीं फर्स्ट कर रहे एक्सपैक्ट कि हुण शायद वो रिपीट होएगा जिन्ना ज़्यादा वो डिनाई हो जाएगा जिन्ना ज़्यादा वो पिछे हो जाएगा उन्ना ही ग्रेटर जो इमोशनल रिलीज़ है वो होएगा राइट To next para to demonstrate the psychological principle, the musicologist Leonard Meyer in his classic book Emotion and Meaning in Music जो एक साइकोलॉजिकल प्रिंसिपल ਨੂੰ ਜਾਣਨ ਲਈ ਜਿਹੜੇ ਸਾਡੇ ਜਿਹੜੇ ਹੈਗੇ ਆ ਉਹਨਾਂ ਨੇ ਲਿਨਰਡ ਮੇਅਰ ਉਹਨਾਂ ਨੇ ਆਪਣੀ ਬੁੱਕ ਜਿਹੜੀ ਇਮੋਸ਼ਨ ਤੇ ਮੀਨਿੰਗ ਇਨ ਮਿਊਜ਼ਿਕ ਉਹਦੇ ਵਿੱਚ ਐਨਾਲਾਈਜ਼ ਕੀਤਾ ਦ ਫਿਫਥ ਮੂਵਮੈਂਟ ਆਫ ਬੈਥਨ ਸਟ੍ਰਿੰਗ quartet in C sharp minor. Meyer wanted to show how music is defined by its flirtation with but not submission to our expectation of order. Meyer dissected 15 measures bar of the masterpiece showing how Beethoven begins with a clear statement of rhythmic and harmonic pattern and then in an ingenious tonal dance carefully holds off repeating it. When Beethoven does instead suggest variations of the pattern, he wants to preserve an element of uncertainty in his music, making our brain beg for one chord he refuses to give us. Beethoven saves that chord for the end. मतलब वही गल उन्होंने रिपीट की है कि अगर रिदमिक हारमोन मतलब एक ही तरह का चीज़ चली जाएगी तो बोरिंग होएगी अगर इस चेंज करांगे ठीक है रिदम में चेंज करांगे हारमोनी नहीं क्रिएट करांगे तो वो चीज़ इंटरस्टिंग होएगी एंड वो सानू सैटिस्फैक्शन भी देगी. Now the last para, according to Meyer, it is suspensible tension of music arising out our unfilled expectation that is the source of music's feeling. While earlier theories of music focused on a way a sound can refer to real world of images and experience, its connotative meaning, Meyer argued that emotions we found in music come from the unfolding events of the music itself. कहते ਜਿਹੜੇ ਅਸੀਂ emotions music ਚੋਂ ਲੱਭਦੇ ਹਾਂ ਉਹ ਕਿੱਥੋਂ ਹੁੰਦੇ ਆ ਜਿਹੜੇ unfolding events मतलब similar ਜਿਹੜੇ dissimilar events ਹੁੰਦੇ ਆ ਉੱਥੋਂ ਹੁੰਦੇ ਆ. This embodied meaning arises from the patterns the symphony evokes and then ignores. It is this uncertainty that triggers the surge of dopamine in the cadet as we struggle to figure out what will happen next. Dopamine ਕਹਿੰਦੇ ਰਿਲੀਜ਼ ਹੁੰਦਾ ਹੈ ਜਦੋਂ ਅਸੀਂ ਐਕਸਾਈਟਮੈਂਟ ਹੁੰਦੇ ਆ. ਦੂਸਰਾ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਸਟਰਗਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਟੂ ਫਿਗਰ ਆਊਟ ਕਿ ਹੁਣ ਨੈਕਸਟ ਕੀ ਹੋਏਗਾ. ਵੀ ਕੈਨ ਪ੍ਰੈਡਿਕਟ ਸਮ ਆਫ ਦ ਨੋਟਸ ਬਟ ਵੀ ਕਾਂਟ ਪ੍ਰੈਡਿਕਟ them all and that is what keep us listening waiting expectantly for a reward for the pattern to be completed right.
आई होप ਇਹਦੇ 'ਚ ਪੈਰੇ 'ਚ ਉਹਨਾਂ ਨੇ ਕੀ ਕਿਹਾ ਹੈ ਕਹਿੰਦੇ ਇਮੋਸ਼ਨਲ ਰਿਲੇਟਡ ਕਿਉਂ ਹੁੰਦਾ ਹੈ ਕਿ ਜਦੋਂ ਅਸੀਂ ਇੱਕ ਮੀਨਿੰਗ ਲੱਭਣ ਲਈ ਸਟਾਰਟ ਕਰਦੇ ਹਾਂ, ਜਦੋਂ ਇੱਕ ਸਿਮਿਲਰ ਟੋਨ ਚੱਲੀ ਜਾਏਗੀ, ਇੱਕ ਸਿਮਿਲਰ ਚੱਲਿਆ ਜਾਏਗਾ ਤਾਂ ਸਾਨੂੰ ਲੱਗ ਗਿਆ ਪਤਾ, ਇੱਕ ਵਾਰੀ ਲੱਗ ਗਿਆ ਪਤਾ ਸਾਨੂੰ ਫਸਟ ਪੈਰਾ ਇੱਦਾਂ ਰਿਪੀਟ ਹੋਇਆ, ਦੂਜੇ ਦੀ ਸਟਾਰਟਿੰਗ ਵੀ ਇੱਦਾਂ ਹੋਈ, ਸੋ ਸਾਨੂੰ ਸਮਝ ਆ ਜਾਂਦੀ ਹੈ ਕਿ ਥਰਡ ਪੈਰਾ ਵੀ ਆਲਮੋਸਟ ਇੱਦਾਂ ਦਾ ਹੀ ਹੋਏਗਾ। ਸੋ ਵੀ ਸਟਾਪ ਲਿਸਨਿੰਗ ਦੈਟ ਸੌਂਗ। ਬਟ ਜਦੋਂ ਫਸਟ 'ਚ ਵੀ ਕੁਛ ਹੋਰ, ਫਿਰ ਸੈਕਿੰਡ ਲਾਈਨ 'ਚ ਕੁਛ ਹੋਰ, ਮਤਲਬ ਇੱਦਾਂ ਟੋਨ ਚੇਂਜ ਹੋ ਰਹੀ ਹੈ, ਉਹਦੀ ਹਾਰਮਨੀ ਚੇਂਜ ਹੋ ਰਹੀ ਹੈ, ਫਿਰ ਸਾਨੂੰ ਅਸੀਂ ਪ੍ਰੈਡਿਕਟ ਕਰਨਾ ਸਟਾਰਟ ਕਰ ਦਿੰਦੇ ਹਾਂ what will be the next, right? ਅਸੀਂ ਕੁਛ ਪ੍ਰੈਡਿਕਟ ਕਰ ਲੈਂਦੇ ਹਾਂ ਇਹਨਾਂ ਦੇ ਹਿਸਾਬ ਨਾਲ, ਬਟ ਅਸੀਂ ਸਾਰੇ ਨੋਟਸ ਪ੍ਰੈਡਿਕਟ ਨਹੀਂ ਕਰ ਸਕਦੇ। ਸੋ ਇਸੇ ਕਰਕੇ ਅਸੀਂ ਗਾਣੇ ਨੂੰ ਪੂਰਾ ਸੁਣਦੇ ਹਾਂ, ਗਾਣੇ ਨੂੰ ਪੂਰਾ ਵੇਟ ਕਰਦੇ ਹਾਂ, ਫਿਰ ਅਸੀਂ ਉਸ ਗਾਣੇ ਨਾਲ ਇੰਨਾ ਜੁੜ ਜਾਂਦੇ ਹਾਂ ਦੈਟ ਵੀ ਇਮੋਸ਼ਨਲੀ ਕਨੈਕਟ ਵਿਦ ਦੈਟ ਸੌਂਗ ਐਂਡ ਹਮੇਸ਼ਾ ਅਸੀਂ ਉਸ ਗਾਣੇ ਨੂੰ ਸੁਣਦੇ ਹਾਂ, ਰਾਈਟ? ਸੋ ਦਿਸ ਇਜ਼ all about this para, right? So beginning with the questions now. Okay, now question 27 to 31. Complete the summary below. Choose no more than 2 words from the passage for each answer. Write your answer in boxes 27 to 31 on your answer sheet. The monitorial study. Participants who were recruited for the studies through advertisement had their brain activity monitored while listening to their favorite music. Favorite music ਮੈਨੂੰ ਲੱਗਦਾ ਹੈ second ਵਾਲੇ 'ਚ ਆਪਾਂ ਗੱਲ ਕੀਤੀ ਸੀ, right? Favorite music. Yes, second ਵਾਲੇ 'ਚ ਆਪਾਂ ਗੱਲ ਕੀਤੀ ਸੀ ਇਹਦੇ ਬਾਰੇ. It was noted that the music stimulated the brain neuron to release a substance called dopamine. That is not stimulus, right? It's a dopamine. देखो ਜਿੱਥੇ ਵੀ ਉਹਨਾਂ ਨੇ ਕਿਸੇ ਨੇ ਵੀ ਲਿਖਿਆ ਦੈਟ ਇਜ਼ ਰੋਂਗ, ਇਟ ਇਜ਼ ਡੋਪਾਮਾਈਨ। ਇਹ ਰਿਲੀਜ਼ ਹੁੰਦਾ ਹੈ, ਠੀਕ ਹੈ, ਇਨ ਦ ਬੋਥ ਦੋ ਸੈਲਸ ਦੇ ਵਿੱਚ ਉਹਨਾਂ ਨੇ ਕਿਹਾ ਇਨ ਦ ਡੋਰਸਲ ਐਂਡ ਦ ਵੈਂਟਰਲ ਰੀਜਨਸ ਆਫ ਦ ਬ੍ਰੇਨ। ਇਹ ਦੋ ਰੀਜਨਸ ਹੈ ਬ੍ਰੇਨ ਦੇ ਵਿੱਚ। ਅਗਰ ਤੁਸੀਂ ਬ੍ਰੇਨ ਨੂੰ ਸਟੱਡੀ ਕਰੋਗੇ ਤਾਂ ਮੈਂ ਨੈਕਸਟ ਵੀਡੀਓ ਪਾਉਂਗੀ, ਉਹਦੇ ਵਿੱਚ ਆਪਾਂ ਸਟੱਡੀ ਕਰਾਂਗੇ। ਤਾਂ ਇਹ ਡੋਪਾਮਾਈਨ ਡੋਰਸਲ ਔਰ ਵੈਂਟਰਲ, ਠੀਕ ਹੈ, ਡੋਪਾਮਾਈਨ ਇਹਨਾਂ ਦੋ ਰੀਜਨ 'ਚ ਰਿਲੀਜ਼ ਹੁੰਦਾ, ਰਾਈਟ? ਸੋ ਮਤਲਬ ਸਾਨੂੰ ਕੁਐਸਚਨ ਲੱਭ ਗਿਆ called dopamine in 2 parts of the brain which are associated with the feeling of pleasure, right? Feeling of pleasure, with experience of pleasure we can use it, the feeling of pleasure, right? So we are finding अपन लग गए 2 question, ठीक है। इत्थे की आएगा, here we begin with a dopamine, it's 27 आएगा dopamine, you can write it, ठीक है। 28 आएगा pleasure. Now next one, researchers also observed that neurons in the area of brain called dash were particularly active just before the participants' favorite moment in the music. Researchers also observed that neurons in the area of brain called, okay, देखो ऐड है साढ़े को आंसर। देखो उन्होंने की किया सी, वी गो टू नेक्स्ट वन, सॉरी, उन्होंने क्या रिसर्चर्स ऑल्सो ऑब्जर्व दैट न्यूरॉन्स इन द एरिया ऑफ ब्रेन कॉल्ड, एरिया ब्रेन दा की कहते हैं, व्हाट इज रेदर मोर सिग्निफिकेंट फाइंडिंग इन डोपामाइन न्यूरॉन्स इन द क्यूडेट, राइट? उन्होंने की लिखा है थे, सॉरी, हाँ देखो क्यूडेट, अ रीजन ऑफ ब्रेन, दैट मीन्स 29th द आंसर हैगा क्यूडेट, राइट? सो नाउ नेक्स्ट उन्होंने की क्या were particularly active just before the participant favorite movement in the music। ਤੇ ਇਸ ਪੀਰੀਅਡ ਨੂੰ ਕੀ ਕਿਹਾ ਜਾਂਦਾ ਹੈ? this is known as the anticipatory phase, this is known as the anticipatory phase। 30th ਦਾ ਆਨਸਰ ਵੀ ਸਾਨੂੰ ਮਿਲ ਗਿਆ, that is very easy because ਆਪਾਂ ਇਹਨੂੰ ਧਿਆਨ ਨਾਲ ਪੜਿਆ, ठीक है। आई होप ਤੁਹਾਨੂੰ ਇਹ क्लियर होएगा। activity in this part of the brain is associated with the expectation of reward stimuli such as reward stimuli। now you have to find the word reward, reward stimuli, after all we typically associated surges of dopamine with pleasure, the processing of actual rewards, and what that is experience such as this part of brain has with the expectation of reward stimuli such as chills, right? yes, हाँ उन्होंने कहना रिवॉर्ड स्टिमुलाई
We are typically associated with the pleasure with the processing of actual, and yet this cluster of cells is most active when the chills have yet to arrive, when the melodic pattern is still unresolved. So I think it's a chills, right? Okay, so this is right. Now we'll come to the next. This is question 32 to 36. First, the answer साडे को हैगा dopamine with the associated with the feeling of pleasure. Researchers were observed that the neurons in the area brain called caudate and were particularly active just before the participant favorite movement in the music. The period is anticipatory moment, and next is chills. Now coming to the next, that is choose the correct letter A, B, C or D, मतलब MCQ questions. Now what point does the writer emphasizes in the first paragraph? फर्स्ट पैराग्राफ ਦੇ ਵਿੱਚ ਕਹਿੰਦੇ ਕਿਹੜੇ ਪੁਆਇੰਟ ਨੂੰ ਉਹਨੇ emphasize ਕੀਤਾ ਸੀ, ਬਹੁਤ ਜ਼ੋਰ ਦਿੱਤਾ ਸੀ. First one, how dramatically our reactions to music can vary, how intense a physical response to music can be, how little we know about the way that music affects us, how much music can tell us about our brains operate, right? So we are going to find out its question. So कहते आप फर्स्ट वाला देखिए, हाउ ड्रामेटिकली अ रिएक्शन टू म्यूजिक कैन वेरी. ਇਹ फर्स्ट वाले च उन्होंने ये गल नहीं की सी. फर्स्ट वाले च उन्होंने गल की सी कि हाउ साढ़े जो फिजिकल रिस्पॉन्स किद्दां होंदे आ म्यूजिक दे. देखो अगर आप फर्स्ट पैरे की गल करिए तो म्यूजिक असी किद्दां फील करते हैं, सानू देखो फिजिकल की गल की उन्होंने सैकेंड वाले च कहा हाउ इंटेंस और फिजिकल रिस्पॉन्स टू म्यूजिक कैन बी. फिजिकल रिस्पॉन्स देखो इलैक्ट्रिकल कंडक्टेंस ऑफ स्किन लोड हो जाता, साडा ब्लड प्रेशर राइज हो जाता, साडा जिहड़ा प्यूपल्स इन आई डाइल्यूट हो जाते. दीज आर द फिजिकल, मतलब जो सानू दिखते हैं फिजिकल, राइट. सो दीज आर द फिजिकल रिस्पॉन्सेज. सो दिस इज द आंसर टू 32 क्वेश्चन इज बी. इफ आई गो देयर, so answer to this question is B, right? So what view of the monitorial study does the writer express in the second paragraph? कहते कि मॉनिटरल दी स्टडी जी सी उन्हें की एक्सप्रैस किया. इट एम्स वर इनोवेटिव, यहो जिहा कुछ नहीं सी. द अप्रोच वॉज टू सिंपलिस्टिक, यहो जिहा भी कुछ नहीं सी. इट प्रोड्यूसिस सम रिमार्केबली प्रिसाइज डाटा, हो सकता है. द टेक्नोलॉजी यूज वो अननैसेसरली कंपलैक्स, यहो जिहा कुछ नहीं सी. उन्हें डाटा रिमार्क किया सी. देखो अगर आप जाइए सैकेंड पैरे तो सारा उन्हें डाटा प्रिसाइज किया सी, राइट. दिस इज़ ऑल अ डाटा कि उन्होंने एक एक्सपेरीमेंट कंडक्ट किया, राइट. सो नाउ द 34th, ओके. सो इहदा सॉरी ते गंद बहुत पैंदा. इहदा बी सी. नाउ हियर इट्स सी. 34th question, what does the writer find interesting about the results of the monitorial study? Interesting की सी. The timing of participants' neural responses to the music, the impact of music on participants' emotional state, the section of participant brain which was activated by the music, the type of music which had a strongest effect on participants' brain. Type of music बारे कोई गल नहीं हुई. The sections of participant brain which was activated by the music, इहदे बारे गल हुई सी. The timing of the participant neural responses, the impact of music on impact बारे भी गल हुई सी म्यूजिक बारे. हुण देखो ये तीन ऑप्शनस ने, ये तिन्ने असी कीतियां, राइट. हुण आपां नूं इहदे चों प्रिसाइज लभणी. आपां मॉनिटरल स्टडीज़ ते चलदे हां, उहदी स्टडी वाल जाइए अगर आपां. सो ये उहदी स्टडी सी मॉनिटरल दी, राइट. हुण इहदे च आ वाला पैरा पढ़दे हां आपां, क्योंकि मॉनिटरल दी स्टडी इत्थे सी ज़्यादा, ठीक है. ਇਹਦੇ ਵਿੱਚ ਉਹਨੇ ਗੱਲ ਕੀਤੀ ਹੈ ਰੀਜਨ ਆਫ ਬ੍ਰੇਨ ਇਨਵੋਲਵਡ ਇਨ ਲਰਨਿੰਗ ਸਟਿਮੂਲਸ were at the most active around 15 seconds. The research is called anticipatory phase. So I think so from my point of view, the answer to this should be, wait a second, let's find something. I think to the section of participants brain which was activated by the music, it was the answer C, right. ਇਹਦੇ ਚ आंसर होएगा C. This one is also C, this one is B. So why does the writer refer to mere work on music and emotion? राइटर ने क्यों रेफर किया? टू प्रपोज एन इनिजिनल थ्योरी अबाउट द सब्जेक्ट, यहो जिहा कुछ नहीं है.
to offer support for the findings of the monitorial study, to recommend the need for further research, to represent a view which opposes that of monitor. कुछ भी oppose नहीं सी होया, recommend भी नहीं सी किता उन्होंने further study नू, but support कीती सी कि in order mayor ने भी इहो जिहा करना है, right? So here answer come B. According to Leonard Meyer, what causes the listener's emotional response to music? ਲੈਨਰਡ ਮੇਅਰ ਬਾਰੇ ਗੱਲ ਕਿਹੜੇ ਪੈਰੇ 'ਚ ਹੋਈ ਸੀ ਆਪਾਂ ਦੇਖਦੇ ਹਾਂ। ਹਾਂਜੀ, ਲੈਨਰਡ ਮੇਅਰ ਬਾਰੇ ਗੱਲ ਇੱਥੇ ਹੋਈ ਸੀ ਇਹਨਾਂ 2 ਪੈਰੇ ਦੇ ਵਿੱਚ। ਉਹਦੇ 'ਚ ਉਹਨਾਂ ਨੇ ਕੀ ਕਿਹਾ, ਵਾਟ ਕਾਜ਼ਿਸ ਦ ਲਿਸਨਰਸ ਇਮੋਸ਼ਨਲ ਰਿਸਪੌਂਸ ਟੂ ਮਿਊਜ਼ਿਕ। ਕਹਿੰਦੇ ਲਿਸਨਰ ਦੀ ਇਮੋਸ਼ਨਲ ਰਿਸਪੌਂਸ ਕੀ ਆ। ਓਕੇ, ਨਾਓ ਗੋਇੰਗ ਟੂ ਦਿਸ, ਇਹਦੇ ਵਿੱਚ ਗੱਲ ਉਹਨਾਂ ਨੇ ਕਿਹਦੀ ਬਾਰੇ ਕੀਤੀ ਸੀ ਕਿ ਜੋ ਰਿਦਮਿਕ ਹੁੰਦੀ ਇੱਕ ਤਰ੍ਹਾਂ ਦੀ ਉਸ ਚੀਜ਼ ਨਾਲ ਉਹ ਸੈਟਿਸਫਾਈਡ ਨਹੀਂ ਹੁੰਦੇ, ਰਾਈਟ। So coming to the options, number 1 is the way that the music evokes poignant memories in the listener. ਇਹੋ ਜਿਹੀ ਕੁਛ ਗੱਲ ਆਪਾਂ ਨਹੀਂ ਪੜ੍ਹੀ ਉੱਥੇ, so this is wrong. The association of certain musical chords ਬਾਰੇ ਵੀ ਕੋਈ ਗੱਲ ਨਹੀਂ ਸੀ ਹੋਈ, ਟੂਨ ਬਾਰੇ ਗੱਲ ਹੋਈ ਸੀ। The listener's sympathy with the composer's intentions, no, ਇਹਦੇ ਬਾਰੇ ਤਾਂ ਸੱਚੀ ਕੋਈ ਗੱਲ ਨਹੀਂ ਹੋਈ। Then the internal structure of the musical composition, ਹਾਂਜੀ ਉਹਦੇ ਵਿੱਚ ਟੋਨ ਬਾਰੇ ਗੱਲ ਹੋਈ ਸੀ ਕਿ ਟੋਨ ਜਦੋਂ ਰਿਦਮਿਕ ਹੁੰਦੀ ਆ ਤਾਂ ਫਿਰ ਮਜ਼ਾ ਨਹੀਂ ਆਉਂਦਾ, ਪ੍ਰੈਡਿਕਟੇਬਲ ਹੁੰਦੀ ਹੈ ਤਾਂ ਮਜ਼ਾ ਨਹੀਂ ਆਉਂਦਾ। ਸੋ ਦੈਟ ਮੀਨਸ ਇੰਟਰਨਲ ਸਟਰਕਚਰ ਆਫ ਦ ਮਿਊਜ਼ਿਕ ਕੰਪੋਜੀਸ਼ਨ। ਸੋ ਆਈ ਹੋਪ ਗਾਈਜ਼ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੇ। ਵੀਡੀਓ ਲੰਬੀ ਜ਼ਰੂਰ ਹੋਏਗੀ, ਬਟ ਆਈ ਗਰੰਟੀ ਅਗਰ ਤੁਸੀਂ ਇਸ ਤਰ੍ਹਾਂ ਨਾਲ ਕੁਐਸਚਨ ਅਟੈਂਪਟ ਕਰੋਗੇ ਤੁਸੀਂ ਉਸ ਚੀਜ਼ ਤੋਂ ਪੈਰੇ ਦਾ ਮਤਲਬ ਸਮਝੋ ਕਿ ਉਹ ਪੈਰੇ 'ਚ ਐਕਚੁਅਲੀ ਕੀ ਆ। ਹੋਰ ਮੈਂ ਟਫ ਇੱਥੋਂ ਲੈ ਕੇ ਆਵਾਂਗੀ। ਦਿਸ ਵਾਜ਼ ਦ ਆਈ ਥਿੰਕ ਕੁਆਇਟ ਈਜ਼ੀ। ਸੋ ਆਪਾਂ ਥੋੜ੍ਹੀ ਜਿਹੀ ਟਫ ਇੱਥੋਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਪਲੀਜ਼ ਗਾਈਜ਼ ਫੋਲੋ, ਲਾਈਕ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਐਂਡ ਇੰਸਟਾਗ੍ਰਾਮ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ 'ਚ ਆਲ ਇਨ ਵਨ ਕਲਾਸਿਸ, ਤੁਸੀਂ ਉਹਨੂੰ ਜਾ ਕੇ ਫੋਲੋ ਕਰ ਸਕਦੇ ਹੋ ਬਿਕਾਜ਼ ਅਗਰ ਤੁਹਾਨੂੰ ਕਿਸੇ ਵੀ ਚੀਜ਼ 'ਚ ਡਾਊਟ ਆ, ਰੀਡਿੰਗ, ਰਾਈਟਿੰਗ, ਐਨੀਥਿੰਗ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਆਈ ਵਿਲ ਗੋਨਾ ਸੋਲਵ ਇਟ ਔਨ YouTube 'ਤੇ ਮੈਂ ਵੀਡੀਓ ਪਾ ਦੂੰਗੀ, ਔਰ ਅਗਰ ਸੋਲਵ ਕੀਤੀ ਉੱਥੇ ਹੀ ਡਾਲ ਦੂੰਗੀ, ਰਾਈਟ। ਸੋ ਬਾਏ, ਸੀ ਯੂ ਇਨ ਦ ਨੈਕਸਟ ਵੀਡੀਓ। ਟਿਲ ਦੈਨ ਆਪਣੀ ਪ੍ਰੈਕਟਿਸ ਕਰੋ, ਰਿਵੀਜ਼ਨ ਕਰੋ, ਐਂਡ ਕੋਈ ਹੋਰ ਚੀਜ਼ 'ਚ ਅਗਰ ਤੁਹਾਨੂੰ ਡਾਊਟ ਆ, ਕੋਈ ਹੋਰ ਸਬਜੈਕਟ 'ਤੇ ਤੁਸੀਂ ਮੈਨੂੰ ਦੱਸ ਸਕਦੇ ਹੋ, ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਏ, ਸੀ ਯੂ ਇਨ ਦ ਨੈਕਸਟ ਵੀਡੀਓ।